ਪਰਾ ਅਤੇ ਅਪਰਾ। ਪਰਾ ਅਤੇ ਅਪਰਾ ਪ੍ਰਕਿਰਤੀ ਕੀ ਆ, ਇਹਦੀ ਜਾਣਕਾਰੀ ਵੀ ਹੋਣੀ ਬੜੀ ਜ਼ਰੂਰੀ ਹੈ। ਪਰਾ ਦਾ ਮਤਲਬ ਬ੍ਰਹਮ ਵਿਦਿਆ, ਪਾਰ ਬ੍ਰਹਮ ਦੀ ਵਿਦਿਆ, ਪਰੇ ਦੀ ਵਿਦਿਆ ਜਿਹਨੂੰ ਕਹਿੰਦੇ ਆ। ਤੇ ਅਪਰਾ ਉਰੇ ਦੀ ਵਿਦਿਆ, ਉਰਲਾ ਕੰਡਾ, ਯਾਨੀ ਕਿ ਇਹ ਸੰਸਾਰ ਰੂਪੀ ਸਮੁੰਦਰ ਦੇ ਦੋ ਕੰਢੇ ਆ, ਇੱਕ ਪਰਲਾ ਕੰਡਾ, ਇੱਕ ਉਰਲਾ ਕੰਡਾ। ਆਪਾਂ ਜਿਹੜੀ ਗੱਲ ਕਰਦੇ ਹਾਂ ਸ਼੍ਰੀਮਦ ਭਗਵਤ ਗੀਤਾ ਜੀ ਦੀ, ਇਹਦੇ ਵਿੱਚ ਕ੍ਰਿਸ਼ਨ ਜੀ ਨੇ ਜਿਹੜਾ ਗਿਆਨ ਦਿੱਤਾ 7ਵੇਂ ਅਧਿਆਏ ਦੇ 4-5ਵੇਂ ਸ਼ਲੋਕ ਦੇ ਵਿੱਚ, ਉਹੀ ਸਾਰੀ ਗੀਤਾ ਦਾ ਸਾਰ ਹੈ। ਔਰ ਉਹਦਾ ਹੀ ਜ਼ਿਕਰ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਦਰਜ ਹੈ। ਹੁਣ ਆਪਾਂ ਦੇਖੀਏ, ਉਹਨਾਂ ਨੇ ਸ਼੍ਰੀ ਕ੍ਰਿਸ਼ਨ ਜੀ ਨੇ ਸ਼੍ਰੀਮਦ ਭਗਵਤ ਗੀਤਾ ਦੇ 7ਵੇਂ ਅਧਿਆਏ ਦੇ 4-5ਵੇਂ ਸ਼ਲੋਕ ਵਿੱਚ ਦੱਸਿਆ ਕਿ ਮੇਰੀ 8 ਤਰ੍ਹਾਂ ਦੀ ਅਪਰਾ ਪ੍ਰਕਿਰਤੀ ਹੈ। ਅਪਰਾ ਮਤਲਬ ਲੌਕਿਕ ਪ੍ਰਕਿਰਤੀ, ਜਿਹੜੀ ਸਾਨੂੰ ਨਜ਼ਰ ਆਉਂਦੀ ਆ ਅੱਖਾਂ ਨਾਲ। ਹੁਣ ਅੱਖਾਂ ਨਾਲ ਸਾਨੂੰ ਕੀ ਨਜ਼ਰ ਆ ਰਿਹਾ? ਆਪਣਾ ਸਰੀਰ, ਆਲੇ ਦੁਆਲੇ, ਚੰਦ, ਸੂਰਜ, ਤਾਰੇ, ਇਹ ਮੇਰੀ ਅਪਰਾ ਪ੍ਰਕਿਰਤੀ ਆ। ਔਰ ਇਹ ਨਾਸ਼ਵਾਨ ਹੈ, ਔਰ ਇਹ ਸੜ ਜਾਏਗੀ। ਜੋ ਦਿਸੈ ਸੋ ਸਗਲ ਵਿਨਾਸ਼ੈ, ਜਿਉ ਬਾਦਰ ਕੀ ਛਾਈ। ਜੋ ਦਿਖ ਰਿਹਾ ਹੈ ਉਹ ਸੜੇਗਾ, ਉਹ ਵਿਨਾਸ਼ ਹੋ ਜਾਏਗਾ, ਉਹਦਾ ਨਾਸ਼ ਹੋ ਜਾਏਗਾ। ਜਿੱਦਾਂ ਬੱਦਲ ਦੀ ਛਾਂ ਜਿਹੜੀ ਆ ਉੱਡ ਜਾਂਦੀ ਆ 1 ਸਕਿੰਟ ਦੇ ਵਿੱਚ, ਇੱਦਾਂ ਕਿਹਾ ਸੀ ਗੁਰੂ ਸਾਹਿਬਾਨ ਜੀ ਨੇ। ਅਤੇ ਜਿਹੜਾ ਕ੍ਰਿਸ਼ਨ ਜੀ ਨੇ ਕਿਹਾ ਕਿ ਮੇਰੀ 8 ਤਰ੍ਹਾਂ ਦੀ ਅਪਰਾ ਪ੍ਰਕਿਰਤੀ ਆ, ਉਹਦੇ ਵਿੱਚ 5 ਤੱਤਵ ਔਰ ਮਨ, ਬੁੱਧੀ, ਹੰਕਾਰ, ਕਿ ਜਿਹੜੇ 5 ਤੱਤਵ ਹੈ ਔਰ ਮਨ, ਬੁੱਧੀ, ਹੰਕਾਰ ਆ, ਇਹਦੇ ਨਾਲ ਤੂੰ ਮੇਰਾ ਸਰੂਪ ਨਹੀਂ ਜਾਣ ਸਕਦਾ, ਇਹ ਕ੍ਰਿਸ਼ਨ ਜੀ ਨੇ ਕਿਹਾ। ਔਰ ਇਹ ਜਿਹੜਾ ਆ, ਔਰ ਤੂੰ ਕਿੱਦਾਂ ਜਾਣ ਸਕਦਾ? ਉਹ ਮੇਰੀ ਪਰਾ ਪ੍ਰਕਿਰਤੀ ਹੈ, PARA, ਪਰਾ ਪ੍ਰਕਿਰਤੀ, ਜਿਹੜੀ ਪਰੇ ਦੀ ਵਿਦਿਆ, ਜਿਹੜੀ ਬ੍ਰਹਮ ਦੀ ਵਿਦਿਆ, ਉਹਦੇ ਰਾਹੀਂ ਤੂੰ ਮੇਰਾ ਸਰੂਪ ਜਾਣ ਸਕਦਾ। ਹੁਣ ਇੱਕ ਇਹ ਦੁਨੀਆ ਦੇ ਵਿੱਚ ਆਪਾਂ ਇੱਕ ਇਹਦਾ ਸਮਝ ਲਈ, ਇੱਕ ਅਪਰਾ ਆ, ਇੱਕ ਪਰਾ ਹੈ, ਇੱਕ ਉਰਲਾ ਕੰਡਾ, ਇੱਕ ਪਰਲਾ ਕੰਡਾ। ਉਰਲੇ ਕੰਡੇ ਦੇ ਵਿੱਚ ਉਰਲੇ ਲੋਕ ਦੀ ਗੱਲ ਹੋਣੀ, ਯਾਨੀ ਇਸ ਲੋਕ ਦੀ। ਪਰਲੇ ਕੰਡੇ ਦੇ ਵਿੱਚ ਪਰਲੋਕ ਦੀ ਗੱਲ ਹੋਣੀ ਆ। ਇਸ ਕਰਕੇ ਲੋਕ ਪਰਲੋਕ ਜਿਹੜਾ ਆ, ਗੁਰਬਾਣੀ ਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ। ਲੋਕ ਪਰਲੋਕ ਦੇ ਵਿੱਚ ਪਹਿਲਾਂ ਮਤਲਬ ਸਮਝ ਲਈਏ ਹੈ ਇਹ। ਹੁਣ ਪਰਲੋਕ ਜਿਹੜਾ ਆ, ਪਰਲੋਕ ਮੈਨੇ ਪਰੇ ਦਾ ਲੋਕ, ਪਾਰ ਬ੍ਰਹਮ, ਜਿਹੜਾ ਪਰੇ ਆ ਪਾਰ ਬ੍ਰਹਮ, ਉਹਨੂੰ ਜਿਹੜਾ ਆ ਕਾਲਪੁਰਖ ਕਿਹਾ। ਕਾਲਪੁਰਖ ਕੀ ਆ? ਇੱਕ ਓਂਕਾਰ। ਇੱਦਾਂ ਹੀ ਉਹਨਾਂ ਨੇ ਕਿਹਾ ਕਿ ਮੇਰੀ ਜਿਹੜੀ ਆ ਅਪਰਾ ਪ੍ਰਕਿਰਤੀ ਆ, ਇਹ ਸਭ ਤੋਂ ਘਟੀਆ ਚੀਜ਼ ਬਣਾਈ ਆ ਮੈਂ, ਇਹਦੇ ਨਾਲ ਤੁਸੀਂ ਮੇਰਾ ਸਰੂਪ ਦਾ ਗਿਆਨ ਨਹੀਂ ਹੋ ਸਕਦਾ, ਯਾਨੀ ਮੇਰੀ ਮੌਜੂਦਗੀ ਨਹੀਂ ਤੁਹਾਨੂੰ ਪਤਾ ਲੱਗ ਸਕਦੀ। ਅਕਾਲ ਪੁਰਖ ਇਹ ਕਹਿ ਰਹੇ ਆ ਕਿ ਅਕਾਲ ਪੁਰਖ ਦੀ ਮੌਜੂਦਗੀ ਤੁਹਾਨੂੰ ਮਨ, ਬੁੱਧੀ, ਚਿੱਤ, ਮਨ, ਬੁੱਧੀ, ਹੰਕਾਰ ਅਤੇ 5 ਤੱਤਵ ਪ੍ਰਿਥਵੀ, ਜਲ, ਵਾਯੂ, ਅਗਨੀ, ਆਕਾਸ਼ ਨਾਲ ਤੁਹਾਨੂੰ ਮੇਰਾ ਗਿਆਨ ਨਹੀਂ ਹੋ ਸਕਦਾ। ਪਰ ਜੋ ਨਾਨਕ ਸਾਹਿਬ ਨੇ ਇੱਥੇ ਗੱਲ ਕਹੀ ਆ, ਉਹ ਧਿਆਨ ਨਾਲ ਸੁਣ ਲਓ ਸਾਰੇ। ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਜੀ ਦੇ ਵਿੱਚ ਕਿਹਾ ਕਿ 5 ਤੱਤਵ ਔਰ ਮਨ, ਬੁੱਧੀ, ਹੰਕਾਰ ਨਾਲ ਤੁਹਾਨੂੰ ਗਿਆਨ ਨਹੀਂ ਹੋ ਸਕਦਾ, ਤੁਸੀਂ ਮੇਰੇ ਸਰੂਪ 'ਚ ਇੱਕ-ਮਿਕ ਨਹੀਂ ਹੋ ਸਕਦੇ। ਪਰ ਜੋ ਨਾਨਕ ਸਾਹਿਬ ਦੀ ਜਿਹੜੀ ਆ ਸਿੱਖ ਫਿਲੋਸਫੀ, ਜਿਹੜੀ ਮੈਟਾਫਿਜ਼ਿਕਸ ਫਿਲੋਸਫੀ ਬੇਸਡ ਗੁਰਬਾਣੀ ਆ, ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕਿਹਾ ਕਿ ਇਹਦੇ ਨਾਲ ਗਿਆਨ ਹੋ ਸਕਦਾ, ਇਹਦੇ ਨਾਲ, ਕਿਉਂਕਿ ਗੁਰੂ ਸਾਹਿਬਾਨ ਜੀ ਦਾ ਇਹ ਵਾਕ ਹੈ, ਭਗਤ ਜਨਾ ਕੇ ਮਨ ਵਿਸਰਾਮ। ਜਿਹੜਾ ਉਹਨੂੰ ਸਿਫਤ ਸਲਾਹ ਕਰੇਗਾ, ਉਹਨੂੰ ਧਿਆਏਗਾ, ਮਨ ਦੇ ਵਿੱਚ ਸਿਮਰਨ ਕਰੇਗਾ, ਉਹਦੇ ਨਾਲ ਉਹ ਅਕਾਲ ਪੁਰਖ ਨਾਲ ਏਕਮਿਕ ਹੋ ਜਾਏਗਾ। ਇੱਦਾਂ ਜਿਹੜਾ ਹੈ ਗੁਰੂ ਸਾਹਿਬਾਨ ਜੀ ਨੇ ਇੱਦਾਂ ਕਹਿ ਦਿੱਤਾ। ਹੁਣ ਸ਼੍ਰੀ ਕ੍ਰਿਸ਼ਨ ਜੀ ਨੇ ਇੱਦਾਂ ਕਿਹਾ ਔਰ ਨਾਨਕ ਸਾਹਿਬਾਨ ਜੀ ਨੇ ਇੱਦਾਂ ਕਹਿ ਦਿੱਤਾ। ਹੁਣ ਤੁਸੀਂ ਸੋਚੋ
ਹੁਣ ਤੁਸੀਂ ਵਿਚਾਰ ਕਰੋ ਪੰਡਿਤ ਜੀ ਕੀ ਕਹਿਣ ਡਿਆ ਤੁਹਾਨੂੰ। ਪੰਡਿਤ ਜੀ ਦੀ ਖੋਜ ਹੈ ਇਹ। ਨਾਨਕ ਸਾਹਿਬ ਜੀ ਨੂੰ ਗੁਰਬਾਣੀ ਕਿਉਂ ਲਿਖਣੀ ਪੈ ਗਈ, ਆਰਡਰ ਕਿਉਂ ਹੋਇਆ? ਕਿਉਂਕਿ ਪਹਿਲਾਂ ਜਿਹੜਾ ਸੀ ਸਾਰੇ ਜਿਹੜੇ ਆ ਭਰਮ ਭੁਲੇਖੇ ਬੜਾ ਚੱਲਣ ਡੇ ਸੀ, ਬੜੀ ਜਾਤ ਪਾਤ ਚੱਲਣ ਡੀ ਸੀ। ਉਹ ਜਾਤ ਪਾਤ ਨੂੰ ਇੱਕ ਕਰਨ ਲਈ ਇਹ ਜਿਹੜੇ ਆ ਏਕ ਪਿਤਾ ਏਕਸ ਕੇ ਹਮ ਬਾਰਕ, ਇਹ ਫਿਲੋਸਫੀ ਤੇ ਜਿਹੜੀ ਤੁਰਕੀ ਬਾਣੀ ਆਈ ਆ ਇਹਨੂੰ ਬਦਲ ਕੇ ਰੱਖ ਦਿੱਤਾ ਗੁਰੂ ਸਾਹਿਬਾਨ ਜੀ ਨੇ। ਇਸ ਕਰਕੇ ਜਿਹੜੀ ਸਾਰੀ ਸ਼੍ਰੀਮਦ ਭਗਵਤ ਗੀਤਾ ਜੀ ਦਾ ਸਾਰ ਆ ਉਹ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਦਰਜ ਆ। ਇਸ ਕਰਕੇ ਸਾਨੂੰ ਇਹ ਸਾਰੇ ਧਰਮਾਂ ਦਾ ਹੀ ਸਾਰ ਹੈ ਇਹਦੇ ਵਿੱਚ, ਔਰ ਇਸ ਦੀ ਸਾਨੂੰ ਜਿਹੜੀ ਆ ਇੱਜ਼ਤ ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਸਨਮਾਨ ਦੇਣਾ ਹੀ ਪਏਗਾ, ਕਿਉਂਕਿ ਇਹ ਸਰਵ ਧਰਮਾਂ ਦਾ ਸਾਂਝਾ ਗ੍ਰੰਥ ਸ਼੍ਰੀ, ਇਹ ਲਿਵਿੰਗ ਗੁਰੂ ਆ। ਸੁਪਰੀਮ ਕੋਰਟ ਆਫ ਇੰਡੀਆ ਕੀ ਕਹਿ ਰਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਜ ਏ ਜੁਰਾਸਟਿਕ ਪਰਸਨ। ਜੁਰਾਸਟਿਕ ਪਰਸਨ ਮੀਨ ਲੀਗਲ ਅਥਾਰਟੀ, ਲੀਗਲ ਪਰਸਨ, ਲੀਗਲ ਅਥਾਰਟੀ, ਕਾਨੂੰਨੀ ਮਾਨਤਾ ਪ੍ਰਾਪਤ ਹੈ ਜਿਨ੍ਹਾਂ ਨੂੰ। ਔਰ ਇਹ ਲਿਵਿੰਗ ਗੁਰੂ ਆ ਸਿੱਖਾਂ ਦੇ, ਖਾਲੀ ਸਿੱਖਾਂ ਦੇ ਨਹੀਂ, ਪੂਰੇ ਵਰਲਡ ਦੀ ਹਿਊਮਨ ਬੀਇੰਗ ਦੇ ਲਿਵਿੰਗ ਗੁਰੂ ਆ ਇਹ। ਇਸ ਕਰਕੇ ਇਹਨਾਂ ਦਾ ਬਾਬਾ ਜੀ ਸਨਮਾਨ ਆਪਾਂ ਨੂੰ ਕਰਨਾ ਹੀ ਪਏਗਾ, ਕਿਉਂਕਿ ਸਾਰੇ ਧਰਮਾਂ ਦਾ ਸਾਰ ਜਿਹੜਾ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਦਰਜ ਹੈ। ਇਸ ਕਰਕੇ ਜਿਹੜਾ ਆ ਇਹ ਲਿਵਿੰਗ ਗੁਰੂ ਦਾ ਜਿਹੜਾ ਸਟੇਟਸ ਹੈ, ਜਿਹੜਾ ਲਿਵਿੰਗ ਗੁਰੂ ਦਾ ਸਥਿਤੀ ਹੈ, ਉਹ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਨਤਾ ਪ੍ਰਾਪਤ ਹੈ। ਹੋਰ ਕਿਸੇ ਗ੍ਰੰਥ ਨੂੰ ਇਹ ਮਾਨਤਾ ਪ੍ਰਾਪਤ ਨਹੀਂ ਹੈਗੀ ਕਿ ਇਹ ਪ੍ਰਗਟ ਗੁਰਾਂ ਦੀ ਦੇਹ ਹੈ। ਇਸ ਕਰਕੇ ਇਹ ਪ੍ਰਗਟ ਗੁਰਾਂ ਦੀ ਦੇਹ ਆ। ਇਸ ਕਰਕੇ ਇਹ ਸਾਨੂੰ ਜਿਹੜੇ ਆ ਹਾਜ਼ਰ ਨਾਜ਼ਰ ਮੰਨਣੇ ਪੈਣਗੇ, ਕਿਉਂਕਿ ਸੁਪਰੀਮ ਕੋਰਟ ਵੀ ਆਫ ਇੰਡੀਆ ਵੀ ਕਹਿ ਰਿਹਾ। ਹੁਣ ਆਪਾਂ ਦੋ ਗੱਲਾਂ ਸਮਝ ਲਿਆ। ਪਹਿਲੇ ਗੁਰੂ ਸਾਹਿਬਾਨ ਜੀ ਨੇ ਕਹਿ ਤਾ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਪ੍ਰਗਟ ਗੁਰਾਂ ਕੀ ਦੇ ਹੈ ਇਹ। ਜੋ ਪ੍ਰਭ ਕੋ ਮਿਲਵੋ ਚਹੇ ਖੋ ਸ਼ਬਦ ਮਿਲੇ। ਜਿਹੜਾ ਅਕਾਲ ਪੁਰਖ ਨੂੰ, ਪ੍ਰਭੂ ਨੂੰ ਮਿਲਣਾ ਚਾਹੁੰਦਾ, ਉਹ ਖੋਜ ਸ਼ਬਦ 'ਚ ਖੋਜ ਲੈ, ਮਨ 'ਚ ਸਿਮਰਨ ਕਰਕੇ ਆਪਣਾ ਪਾਰ ਤਾਰਾ ਕਰਕੇ ਭਗਤ ਜਨਾ ਕੇ ਮਨ ਵਿਸਰਾਮ ਕਰ ਲੈ। ਇਹਨੂੰ ਲਗਾਤਾਰ ਇਹਦਾ ਮਨ 'ਚ ਸਿਮਰਨ ਕਰੋ ਬਾਣੀ ਦਾ। ਬਾਰ-ਬਾਰ ਗੁਰੂ ਸਾਹਿਬ ਕਰ ਰਹੇ, ਇਹ ਬਾਰ-ਬਾਰ ਜਦੋਂ ਤੁਸੀਂ ਸਿਮਰਨ ਕਰੋਗੇ ਤੁਹਾਡੀਆਂ ਮਾਈਂਡ ਦੀਆਂ ਗਲੈਂਡ ਜਿਹੜੀਆਂ, ਬ੍ਰੇਨ ਦੀਆਂ ਗਲੈਂਡ ਜਿਹੜੀਆਂ ਹੈਗੀਆਂ ਉਹ ਖੁੱਲ੍ਹਣਗੀਆਂ, ਗ੍ਰੰਥੀਆਂ ਖੁੱਲ੍ਹਣਗੀਆਂ। ਜਿਹੜੇ ਪੂਰਵ ਜਨਮ ਦੇ ਤੁਹਾਡੇ ਸੰਸਕਾਰ ਆ ਉਹ ਖੁੱਲ੍ਹਣਗੇ ਔਰ ਤੁਹਾਨੂੰ ਨਵੀਂ ਦਿਸ਼ਾ ਦੇਣਗੇ। ਇੱਦਾਂ ਗੁਰੂ ਸਾਹਿਬਾਨ ਜੀ ਨੇ ਫਰਮਾਇਆ। ਇਸ ਕਰਕੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਇਹਨਾਂ ਦੇ ਵਿੱਚ ਸਾਰੇ ਧਰਮਾਂ ਦਾ ਸਾਰ ਹੈ। ਇਸ ਕਰਕੇ ਇਹਨਾਂ ਨੂੰ ਸੀਸ ਨਿਵਾਉਣਾ ਹੀ ਪਏਗਾ, ਸੀਸ ਨਿਵਾਉਣਾ ਹੀ ਪਏਗਾ, ਸੀਸ ਨਿਵਾਉਣਾ ਹੀ ਪਏਗਾ। ਇਹ ਪੰਡਿਤ ਜੀ ਤੁਹਾਡੇ ਚਰਨਾਂ 'ਚ ਅਰਜ਼ ਕਰਨ ਡੇ ਆ ਬਾਬਾ ਜੀ, ਅਰਜ਼ ਕਰਨ ਡੇ ਆ।